आज़रबाईजान से ये पाकिस्तान आई हैं, लेकिन पिछले 1.5 साल से इनकी पूरी फैमिली पाकिस्तान में जलील व ख्वार हो रही है। इनको वापस आज़रबाईजान नहीं जाने दिया जा रहा। 3 ਦਿਨ ਦਾਰੁਲ ਅਮਾਨ ਵਿੱਚ ਵੀ ਰਹੇ ਨੇ। कौन? ਬੇਗਮ ਮੇਰੇ क्यों? ਅਦਾਲਤ ਦੇ ਆਰਡਰ ਸਨ ਕਿ ਇਹਨਾਂ ਨੂੰ FIA ਦੇ ਹਵਾਲੇ ਕਰੋ ਔਰ ਉਹ ਥਾਣੇ 'ਚ ਰੱਖ ਨਹੀਂ ਸੀ ਸਕਦੇ। ਇਸ ਵਾਸਤੇ ਉਹਨਾਂ ਨੇ ਦਾਰੁਲ ਅਮਾਨ ਰੱਖਿਆ, ਉੱਥੋਂ ਫਿਰ ਲਿੱਤਾ ਤੇ FIA ਦੇ ਦਫ਼ਤਰ ਗਏ ਠੋਕਰ ਤੇ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਆ। ਦੇਖੋ ਮੈਂ ਫੈਲਾਂ ਭਰ ਕੇ ਖਰਚੇ ਕਰਕੇ ਘਰ ਦੀਆਂ ਚੀਜ਼ਾਂ ਕੁਝ ਹੈਗੀਆਂ ਸਨ ਉਹ ਵੇਚ ਕੇ, ਕਿਉਂਕਿ ਮੈਂ ਤੇ ਕੰਮ ਨਹੀਂ ਕਰ ਸਕਦਾ। अस्सलाम वालेकुम जी, मैं हूं आपका मेज़बान उज़ैर आलम और आप देख रहे हैं दस्तक टीवी। मेरे साथ ये शख्स जो मौजूद है इनका नाम है शबीर हुसैन और ये उनकी वाइफ है। आज़रबाईजान से ये पाकिस्तान आई हैं, लेकिन पिछले 1.5 साल से इनकी पूरी फैमिली पाकिस्तान में जलील व ख्वार हो रही है। वजह ये बता रहे हैं कि इनको वापस आज़रबाईजान नहीं जाने दिया जा रहा, जबकि ये जो सामरा है इसका भाई जो है आज़रबाईजान में उसकी डेथ हो जाती है और उसकी वालिदा की भी वहाँ पर डेथ हो जाती है और ये पाकिस्तान से वहाँ आज़रबाईजान नहीं जा सकते, इनको नहीं जाने दिया जाता। उनका बच्चा भी है, बच्चा चूँकि इसकी परवरिश पाकिस्तान में हुई है, वजह ये थी कि वालिदा माजूर थी और ये अपने दादा के घर जो है उसकी परवरिश हुई है। मेरे साथ शबीर हुसैन साहब मौजूद हैं, इनसे जानते हैं कि आखिर क्या वजह है कि पिछले 1.5 साल से इतनी मोटी फाइल इन्होंने उठाई हुई है और मुख्तलिफ दफातर के चक्कर लगाते हैं और जलीलो ख्वार हो रहे हैं, और इस वक्त ये क्या मुतालबा कर रहे हैं? अस्सलाम वालेकुम। वालेकुम सलाम। बताएं क्या मसला है आपका? पिछले 1.5 साल से क्यों नहीं आप वापस जा पा रहे? मसला तो छोटा सा था लेकिन बड़ा हो गया। ਪਾਸਪੋਰਟ ਐਕਸਪਾਇਰ ਹੋ ਰਿਹਾ ਸੀ, ਉਹ ਐਮਬੈਸੀ 'ਚ ਦਿੱਤਾ ਰੀਨਿਊ ਕਰਵਾਉਣ ਵਾਸਤੇ। ਜਿਸ ਟਾਈਮ ਉਹਨਾਂ ਨੇ ਉਹ ਪਾਸਪੋਰਟ ਦੇ ਦਿੱਤਾ ਤੇ ਪੁਰਾਣਾ ਪਾਸਪੋਰਟ ਉਹਨਾਂ ਨੇ ਪਿੱਛੇ ਅਜ਼ਰਬਾਈਜਾਨ ਭੇਜ ਦਿੱਤਾ। ਉਸ ਵਕਤ ਮੈਂ ਉੱਥੇ ਸਾਂ, ਮੈਂ ਇਨਕੁਆਇਰੀ ਕੀਤੀ ਇੱਧਰ ਉੱਧਰ, ਫਿਰ ਪਤਾ ਕੀਤਾ ਉਹ ਪਾਸਪੋਰਟ ਕਿਹੜੀ ਜਗ੍ਹਾ ਤੇ। ਜਦੋਂ ਫਾਈਨਲ ਉੱਥੇ ਪਹੁੰਚਿਆ ਪਤਾ ਚੱਲਿਆ ਕਿ ਉਹ ਸੜ ਗਿਆ। आज़रबाईजान में पासपोर्ट जब फाइनल पहुंचा तो वो जल चुका, जला दिया। ये उनकी पॉलिसी है कोई? वो उनकी पॉलिसी है। आपने पूछा नहीं क्यों जलाया? बस पॉलिसी है उनकी, तो पूछने की क्या बात है कि पॉलिसी है तो है। मैं खुद आ गया इधर 15 जनवरी 2024 में और उस वक़्त से वो मोहर ना होने की वजह से अभी तक जलील हो रहा हूँ। ना तो इनका निकाहनामा रजिस्टर कर रहे हैं, ना POC कार्ड मिल रहा है, ना तो वीज़ा मिल रहा है और ना ही डिपोर्ट कर रहे हैं। ये तीनों हरबे मैंने इस्तेमाल कर लिए और ये फाइलें सारी वही कटी हैं। अभी तक आप कौन कौन से दफ्तर में गए हैं? मैं इंटीरियर मिनिस्ट्री, ਅਦਾਲਤ ਦੇ ਚੱਕਰ ਸਾਰੇ ਕੱਟੇ ਨੇ। ਉਹਨਾਂ ਦਾ ਆਰਡਰ ਮੇਰੇ ਕੋਲ ਮੌਜੂਦ ਹੈ ਕਿ FIA ਵਾਲਿਆਂ ਨੂੰ ਦੇ, ਉਹਨਾਂ ਨੂੰ ਯਾਨੀ ਕਿ ਮੁਲਕ ਬਦਲ ਕਰ ਦੇਣ, ਲੇਕਿਨ ਉਹ ਨਹੀਂ ਕਰਦੇ ਪਏ। ਥਾਣੇ ਦੇ ਵਿੱਚ ਤਕਰੀਬਨ 1.5 ਮਾਹ ਜ਼ਲੀਲ ਹੋਏ ਆ ਅਸੀਂ। कौन सा थाना? ਥਾਣਾ ਮੁਸਤਫਾਬਾਦ। ਔਰ ਤਕਰੀਬਨ 3 ਦਿਨ ਦਾਰੁਲ ਅਮਾਨ ਵਿੱਚ ਵੀ ਰਹੇ ਨੇ। कौन? ਬੇਗਮ ਮੇਰੇ क्यों? ਅਦਾਲਤ ਦੇ ਆਰਡਰ ਸਨ ਕਿ ਇਹਨਾਂ ਨੂੰ FIA ਦੇ ਹਵਾਲੇ ਕਰੋ ਔਰ ਉਹ ਥਾਣੇ 'ਚ ਰੱਖ ਨਹੀਂ ਸੀ ਸਕਦੇ। ਇਸ ਵਾਸਤੇ ਉਹਨਾਂ ਨੇ ਦਾਰੁਲ ਅਮਾਨ ਰੱਖਿਆ, ਉੱਥੋਂ ਫਿਰ ਲਿੱਤਾ ਤੇ FIA ਦੇ ਦਫ਼ਤਰ ਗਏ ਠੋਕਰ ਤੇ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਔਰ ਉਹ ਮੈਨੂੰ ਕਹਿਣ ਕਿ ਤੂੰ ਇਸ ਤਰ੍ਹਾਂ ਕਰ, ਇਹਨੂੰ ਅੱਜ ਘਰ ਛੱਡਿਆ, ਕੱਲ੍ਹ ਆਵੀਂ ਆਏਗਾ ਤੇ ਤੈਨੂੰ ਕੋਈ ਹੱਲ ਕਰ ਦਿਆਂਗੇ, ਭੇਜ ਦਿਆਂਗੇ ਅਸੀਂ। ਅਗਲੇ ਦਿਨ ਗਿਆ ਤੇ ਉਹ ਕਹਿਣ ਲੱਗੇ ਕਿ ਨਹੀਂ ਯਾਰ, ਇਹ ਸਾਡੇ ਵਾਸਤੇ ਦੀ ਗੱਲ ਨਹੀਂ ਹੈਗੀ, ਇੰਜ ਕਰੋ ਕਿ ਤੁਸੀਂ ਕੋਰਟ ਮੈਰਿਜ ਕਰ ਲਵੋ। ਕੋਰਟ ਮੈਰਿਜ ਵਾਸਤੇ ਗਏ ਆ ਉੱਥੇ ਤੇ ਉਹ ਕਹਿੰਦੇ ਨੇ ਕਿ ਅੱਗੇ ਨਿਕਾਹ ਹੋਇਆ, ਜੇ ਅਗਰ ਹੁਣ ਕੋਰਟ ਮੈਰਿਜ ਕਰਦੇ ਜੇ ਤੇ ਆ ਬੱਚਾ ਵਿੱਚ ਰਜਿਸਟਰ ਨਹੀਂ ਹੁੰਦਾ ਪਿਆ। पहला निकाहनामा पड़ा है? ਹਾਂ, ਪਹਿਲਾਂ ਨਿਕਾਹਨਾਮਾ ਤੇ ਮੇਰੇ ਕੋਲ ਹੈਗਾ, ਉੱਥੇ ਮੈਂ ਨਿਕਾਹ ਕੀਤਾ ਸੀ, ਉਹ ਸਾਡੇ ਕੋਲ ਨੇ ਕਾਗਜ਼ ਨਿਕਾਹਨਾਮੇ ਦੇ, ਲੇਕਿਨ ਕੋਈ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ। ਤੇ ਮੈਨੂੰ ਹੁਣ ਕੁਝ ਵੀ ਨਹੀਂ ਚਾਹੀਦਾ, ਮੈਨੂੰ ਸਿਰਫ ਇਹ ਵੇ ਕਿ ਇਹਨਾਂ ਦੀ ਮਿਹਰਬਾਨੀ ਹੈ, ਮਰੀਮ ਨਵਾਜ਼ ਸਾਹਿਬ ਤੁਹਾਡੀ ਮਿਹਰਬਾਨੀ ਹੈ, ਮੋਹਸਨ ਨਕਵੀ ਸਾਹਿਬ ਤੁਹਾਡੀ ਮਿਹਰਬਾਨੀ ਹੈ, ਤੁਸੀਂ ਇੱਕ ਕਾਲ ਕਰਨੀ ਹੈ ਔਰ ਮੇਰੇ ਵਾਸਤੇ ਦਰਵਾਜ਼ਾ ਖੁੱਲ੍ਹ ਜਾਣਾ। ਮੈਨੂੰ ਇਹ ਡਿਪੋਰਟ ਕਰ ਦੇਣ ਬਸ, ਯਾਨੀ ਕਿ ਮੇਰੀ ਬੀਵੀ ਔਰ ਬੱਚੇ ਨੂੰ ਡਿਪੋਰਟ ਕਰ ਦੇਣ। ਮੈਂ ਤਾਂ ਪਾਕਿਸਤਾਨੀ ਹਾਂ, ਮੈਂ ਆਪਣਾ ਵੀਜ਼ਾ ਲੈ ਕੇ, ਮੇਰੇ ਕੋਲ ਵੀਜ਼ਾ ਹੈਗਾ, ਮੈਂ ਵੀਜ਼ੇ ਤੇ ਚਲਾ ਜਾਵਾਂਗਾ, ਲੇਕਿਨ ਇਹਨਾਂ ਨੂੰ ਇਹ ਡਿਪੋਰਟ ਕਰ ਦੇਣ ਬਸ। ਇਹੋ ਹੀ ਅਸੀਂ ਤੁਹਾਡੇ ਕੋਲ ਚਾਹੁੰਦੇ ਹਾਂ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਤੇ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਆ। ਦੇਖੋ ਮੈਂ ਫੈਲਾਂ ਭਰ ਕੇ ਖਰਚੇ ਕਰਕੇ ਘਰ ਦੀਆਂ ਚੀਜ਼ਾਂ ਕੁਝ ਹੈਗੀਆਂ ਸਨ ਉਹ ਵੇਚ ਕੇ, ਕਿਉਂਕਿ ਮੈਂ ਇੱਥੇ ਕੰਮ ਨਹੀਂ ਕਰ ਸਕਦਾ। ਮੈਂ ਉੱਥੇ ਡਰਾਈਵਿੰਗ ਕਰਨਾ ਵਾ ਤੇ ਇੱਥੇ ਦੀ ਟ੍ਰੈਫਿਕ ਮੇਰੀ ਸਮਝ 'ਚ ਨਹੀਂ ਆਉਂਦੀ। ਮੈਨੂੰ ਕਾਫੀ ਅਰਸਾ ਹੋ ਗਿਆ ਉੱਥੇ ਕੰਮ ਕਰਦਿਆਂ ਨੂੰ, ਤੇ ਇੱਥੇ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਚਲਾਉਣਾ, ਕੀ ਕਰਨਾ ਕੀ नहीं करना। आप ये कहना चाह रहे हैं कि आपको एक दफ्तर से दूसरे दफ्तर भेजा जाता है, फिर वहाँ से तीसरे दफ्तर भेजा जाता है और काम कहीं नहीं होता? वो तो इतनी लंबी
ਸਟੋਰੀ ਹੈ ਕਿ ਮੈਂ ਤੁਹਾਨੂੰ ਦੱਸਾਂ ਤੇ ਤੁਸੀਂ ਕਹੋ ਯਾਰ ਬੰਦੇ ਨੂੰ ਕਿੰਨਾ ਇਹਨਾਂ ਨੇ ਜਲੀਲ, 1 ਸਾਲ ਜਲੀਲ ਹੋਇਆ ਤੇ ਉਹ ਐਵੇਂ ਹੀ ਨਹੀਂ ਹੋ ਗਿਆ। ਯਾਨੀ ਕਿ 2 ਵਕੀਲਾਂ ਕੋਲੋਂ ਵੀ ਖਿਦਮਾਤ ਲਈ ਹੈ, ਦੋਵਾਂ ਵਕੀਲਾਂ ਨੇ ਵੀ ਜਲੀਲ ਹੀ ਕੀਤਾ, ਯਾਨੀ ਕਿ ਉਹਨਾਂ ਕੋਲੋਂ ਵੀ ਕੁਝ ਹਾਸਲ ਨਹੀਂ ਹੋਇਆ ਹੈਗਾ, ਪੈਸੇ ਬਸ ਗਏ ਨੇ। ਤੇ कितना कोई खर्चा हुआ अभी तक? ਅਰੇ ਖਰਚਾ ਮੈਂ ਤੁਹਾਨੂੰ ਕੀ ਦੱਸਾਂ ਯਾਰ, ਕਿੰਨੇ ਮੈਂ ਤਕਰੀਬਨ ਹੁਣ ਤੱਕ 18 ਚੱਕਰ ਤੇ ਮੈਂ ਇਸਲਾਮਾਬਾਦ ਦੇ ਲਾ ਚੁੱਕਾ। खर्चा कितना होगा? ਅਰੇ ਖਰਚੇ ਦੀ ਮੈਂ ਕਿਸ ਤਰ੍ਹਾਂ ਤੁਹਾਨੂੰ ਦੱਸ ਸਕਣਾ ਵਾ, ਖਰਚਾ ਤੇ ਮੇਰੀ ਸਮਝ ਤੋਂ ਬਾਹਰ ਹੈਗਾ। कोई 10 लाख 15 लाख? ਇੱਥੋਂ ਤੱਕ ਤੇ ਭਾਵੇਂ ਪਹੁੰਚ ਗਿਆ ਵਾਂ, ਕਿਉਂਕਿ ਕੋਈ ਘਰ ਖਾਣਾ ਪੀਣਾ ਵੀ ਤੇ ਹੈ ਨਾ, ਬਸ ਇਹ ਸਾਰਾ ਕਰਜ਼ਾ ਹੀ ਜੇ ਸਮਝੋ ਕਿ ਜਾਂ ਤੇ ਘਰ ਦੀਆਂ ਚੀਜ਼ਾਂ ਵੇਚੀਆਂ ਨੇ ਜਾਂ ਕਰਜ਼ਾ ਚੁੱਕਿਆ, ਕਿਉਂਕਿ ਕੰਮ ਜੋ ਇੱਥੇ ਨਹੀਂ ਕਰਦੇ तो फिर कुछ खाना पीना तो है ना। अभी आखिरी बार जब आप दफ्तर गए FIA के जी, तो उन्होंने क्या कहा आपको? आप आखिरी बारी तो गए हैं, अखीर ब्रेक उत्थे ही लगी है, सारे स्टैप करते 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 ब्रेक उत्थे ही लगी है, ये आखिरी स्टैप सी मेरा। मगर उन्होंने आख्या जी तुसी अपना घर चले जाओ ਤੇ ਅਸੀਂ ਤੁਹਾਡਾ ਕੰਮ ਕਰ ਦਿਆਂਗੇ, ਇੱਥੇ ਭੇਜ ਦਿਆਂਗੇ ਇਹਨਾਂ ਨੂੰ, ਤੇ ਇਹ ਤੁਸੀਂ ਕੱਲ ਆਇਆ ਜੇ। ਉਹ 2-3 ਦਿਨ ਲੱਗੇ, ਮੁਲਾਕਾਤ ਉਹਨਾਂ ਨਾਲ ਦੁਬਾਰਾ ਹੋਈ ਤੇ ਉਹਨਾਂ ਨੇ ਕਿਹਾ ਯਾਰ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਜਾਂ ਤੇ ਇੰਜ ਕਰੋ ਕਿ ਮੈਂ ਤੁਹਾਨੂੰ ਬੰਦਾ ਦੇਣਾ ਤੇ $500 1 ਸਾਲ ਦਾ ਉੱਥੇ ਜਮ੍ਹਾਂ ਕਰਵਾ ਦਿਓ। किथे? ਜਿਹੜੇ ਬੰਦੇ ਨੂੰ ਮੈਂ ਤੁਹਾਨੂੰ ਕਵਾਂਗਾ ਇੰਟੀਰੀਅਰ ਮਿਨਿਸਟਰੀ ਦਾ ਜਿਹੜਾ ਵੀ ਕੋਈ ਹੈਗਾ, $500 ਤੁਸੀਂ ਉਹਨੂੰ ਸਾਲ ਦਾ ਦੇ ਦਿਓ, ਤੇ ਜਿੰਨੇ ਸਾਲ ਹੈਗੇ ਨੇ ਉਹਨਿਆਂ ਦਾ ਤੁਸੀਂ ਇਹ ਮਿਸਾਲ ਦੇ ਤੌਰ ਤੇ ਤੁਹਾਨੂੰ ਵੀਜ਼ਾ ਦੇ ਦੇਣਗੇ ਇਹਨਾਂ ਨੂੰ। ਹੁਣ ਇੰਨੀ ਦੇਰ ਹੋ ਗਈ ਇਹਨਾਂ ਨੂੰ ਤੇ ਮੈਂ ਕਿਸ ਤਰ੍ਹਾਂ ਕਰ ਸਕਦਾ, ਤੇ ਆਸਾਨ ਹਾਲੇ ਮੈਨੂੰ ਡਿਪੋਰਟ ਕਰ ਦੇਣ, ਮੈਂ ਟਿਕਟ ਆਪਣੀ ਕਰਵਾਉਣਾ ਵਾ, ਡਿਪੋਰਟ ਕਰ ਦੇਣ। 3 ਸਾਲ ਦਾ ਬਿਆਨ ਲੱਗੇਗਾ, 5 ਸਾਲ ਦਾ ਲੱਗੇਗਾ, ਚਲੋ ਉਹ ਪੂਰਾ ਕਰਨਗੇ ਤੇ ਫੇਰ ਆ ਜਾਣਗੇ। ਹੁਣ ਇਤਨੇ ਬੜੇ ਪੈਸੇ ਮੈਂ ਕਿੱਥੋਂ ਲੈ ਕੇ ਆਵਾਂ? ਜਾਂ ਉਸ ਵਕਤ ਜਿਸ ਵਕਤ ਮੈਂ ਪਾਸਪੋਰਟ ਨਵਾਂ ਬਣਵਾ ਲਿੱਤਾ ਸੀ ਉਸ ਟਾਈਮ ਮੈਂ ਅਪਲਾਈ ਕਰਨਾ ਪਿਆ ਸੀ, ਉਸ ਵਕਤ ਇਹਨਾਂ ਦੇ ਸਿਸਟਮ ਦੇ ਵਿੱਚ ਇੱਕ ਐਰਰ ਹੈਗਾ ਕਿ ਤੁਸੀਂ ਆਉਣ ਵਾਲੀ ਮੋਹਰ ਜਿਹੜੀ ਅਪਲੋਡ ਕਰੋ, ਸਿਰਫ ਸਾਨੂੰ ਉਸ ਮੋਹਰ ਨੇ ਵਕਤ ਪਾਇਆ। एक स्टैम्प की वजह से ये जो खातून है इसने अपनी भाई की लाश नहीं देखी, इसकी वालदा जो है अज़रबैजान में उनकी डेथ हो जाती है, उनकी लाश नहीं देख सकती और अभी ये फरियाद कर रही हैं। ये क्या कह रही हैं ट्रांसलेट जो है उनके शोहर करेंगे क्योंकि इनको उर्दू नहीं आती, इनसे पूछेंगे ये क्या मुतालबा करेंगे हुकूमत पाकिस्तान का। आप इनसे कहें हुकूमत पाकिस्तान से क्या मुतालबा करेंगे? सामरा मरियम साहबा Meryem sabı karşıyla bana Azerbaycan'a gönder. Benim kardeşim anamatan fotoyu sana karşıyla bana Azerbaycan'a gönder. Burada koyma. Karşıyla sana yalvarırım. Ben Azerbaycan'a gitmek istiyorum. Burada kalmak istemiyorum. Karşıyla sana. Yalvarırım sana. Çok karşıyla sana. जी ख्वाहिश कर रही हैं मरीम साहिबा से, और मेरी भी ख्वाहिश है उनसे, और मोहसिन नकवी साहब से भी गुजारिश है कि आपका ये एक फ़ोन का काम है बस, तो आप मेहरबानी करें जब भी ये वीडियो आप तक पहुँचे तो आप हमारे लिए ये दरवाज़ा खोल दें। ये पूरी फैमिली इस वक्त इल्तिजा कर रही है जो मिनिस्टर हैं, वज़ीर दाखिला हैं मोहसिन नकवी साहब से कि खुदारा हम पर रहम करें, आपकी एक कॉल की बात है, आप कॉल कर देंगे तो हमारा ये मसला हल हो जाएगा। ये बच्चा जो है इससे भी पूछते हैं, ये भी परेशान दिखाई दे रहा है अपने बाप की वजह से, अपनी वालदा की वजह से, क्योंकि ज़ाहिर सी बात है रोज़गार नहीं होगा, खाना पीना कहाँ से पूरा करेंगे। तो क्या कहेंगे, क्या रिक्वेस्ट करोगे आप हुकूमत से? मैं मरीम नवाज साहब से गुजारिश करता हूँ हमें बाहर भेजें अज़रबैजान। मोहसिन नकवी से भी करता हूँ। हाथ जोड़ के ये रिक्वेस्ट कर रहे हैं हुकूमत से कि खुदारा हम पर रहम करें और हमें जो है हमारा ये जो काम है इसका फ़ैसला किया जाए। आपने इस वीडियो को लाजमी शेयर करना है ताकि मुतल्लिका जो डिपार्टमेंट है और जो मुतल्लिका लोग हैं उन तक ये वीडियो पहुँचे और इस फैमिली को इंसाफ मिल सके और इनका मसला जो है वो जल्द अज जल्द हल हो सके। इस वीडियो में सारा मसला जो इन्होंने अपना बताया है, इसका आगे क्या प्रोसेस होगा वो जो मुतल्लिका डिपार्टमेंट है उन्होंने ही करना है। बस आपने लाजमी इस वीडियो को शेयर करना है ताकि ये पैगाम उन तक पहुंच सके। फिल वक्त के लिए अपने मेज़बान उज़ैर आलम को दीजिए इजाज़त, मिलेंगे अपने नेक्स्ट प्रोग्राम में, तब तक के लिए अल्लाह हाफ़िज़।